ਜੀ ਪ੍ਰਭੂ ਯਿਸੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ। ਖੁਦਾ ਤੁਹਾਨੂੰ ਬਹੁਤ ਬਲੈਸ ਕਰੇ। ਔਰ ਆਈਏ ਅਸੀਂ ਅੱਜ ਦੇ ਸ਼ਾਰਟ ਮੰਨ ਦੇ ਵਿੱਚ ਚੱਲਾਂਗੇ। ਜਿਵੇਂ ਅਸੀਂ ਪਿਛਲੇ 3 ਸੈਸ਼ਨ ਤੁਸੀਂ ਆਲਰੇਡੀ ਸੁਣ ਚੁੱਕੇ ਹੋ, ਔਰ ਇਹ ਲਾਸਟ ਪਰਸਨ ਜਿਹਦੇ ਬਾਰੇ ਅੱਜ ਅਸੀਂ ਸਟੱਡੀ ਕਰਨ ਵਾਸਤੇ ਜਾ ਰਹੇ ਹਾਂ, ਇਹ ਲਾਸਟ ਪਰਸਨ ਜਿਹਦਾ ਨਾਮ ਪੁਰਾਣੇ ਨੇਮ ਦੀ ਗੱਲ ਕਰ ਰਹੇ ਹਾਂ। ਪੁਰਾਣੇ ਨੇਮ ਦੇ ਵਿੱਚੋਂ ਜਿਹੜਾ ਚੌਥਾ ਬੰਦਾ ਜਿਹਦਾ ਨਾਮ ਜੀਵਨ ਦੀ ਪੋਥੀ ਵਿੱਚੋਂ ਕੱਟਿਆ ਗਿਆ। ਆਈਏ ਅਸੀਂ ਇੱਕ ਵਰਸ ਪੜ੍ਹਾਂਗੇ, ਦੂਸਰਾ ਸ਼ਮੂਏਲ ਉਹਦਾ 15 ਅਧਿਆਇ ਉਹਦਾ 31ਵਾਂ ਵਚਨ ਮੈਂ ਪੜ੍ਹੂੰਗਾ। ਸੋ ਕਿਸੇ ਨੇ ਦਾਊਦ ਨੂੰ ਦੱਸਿਆ, ਅਹੀਤੋਫਲ ਵੀ ਆਕੀਆਂ ਦੇ ਵਿੱਚ ਰਲ ਕੇ ਅਬਸ਼ਾਲੋਮ ਦੇ ਨਾਲ ਹੈ। ਤਦ ਦਾਊਦ ਨੇ ਆਖਿਆ, ਹੇ ਯਹੋਵਾ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਜੋ ਅਹੀਤੋਫਲ ਦੀ ਸਲਾਹ ਨੂੰ ਮੂਰਖਤਾਈ ਨਾਲ ਉਲਟਾ ਦੇ। ਵਚਨ ਦੇ ਵਿੱਚ ਇੱਥੇ ਇੱਕੋ ਵਰਸ ਆਪਾਂ ਪੜ੍ਹੀ ਹੈ, ਦੂਸਰਾ ਸ਼ਮੂਏਲ ਦਾ 15 ਦੇ 31ਵਾਂ ਵਚਨ ਮੈਂ ਪੜ੍ਹਿਆ। ਔਰ ਇੱਥੇ ਦਾਊਦ ਯਹੋਵਾ ਅੱਗੇ, ਪਰਮੇਸ਼ਵਰ ਅੱਗੇ ਇੱਕ ਪ੍ਰਾਰਥਨਾ ਦਾਊਦ ਨੇ ਕੀਤੀ। ਕਿਹਦੇ ਬਾਰੇ ਵਿੱਚ ਕੀਤੀ? ਅਹੀਤੋਫਲ ਦੇ ਬਾਰੇ ਵਿੱਚ ਲਿਖਿਆ ਕਿ ਸੋ ਕਿਸੇ ਨੇ ਦਾਊਦ ਨੂੰ ਦੱਸਿਆ, ਅਹੀਤੋਫਲ ਵੀ ਆਕੀਆਂ ਦੇ ਵਿੱਚ ਰਲ ਕੇ ਅਬਸ਼ਾਲੋਮ ਦੇ ਨਾਲ ਹੈ। ਤਦ ਦਾਊਦ ਨੇ ਆਖਿਆ, ਹੇ ਯਹੋਵਾ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਜੋ ਅਹੀਤੋਫਲ ਦੀ ਸਲਾਹ ਨੂੰ ਮੂਰਖਤਾਈ ਨਾਲ ਉਲਟਾ ਦੇ। ਇੱਥੇ ਕਲਾਮ 'ਚ ਲਿਖਿਆ, ਵਚਨ ਵਿੱਚ ਲਿਖਿਆ ਕਿ ਦਾਊਦ ਯਹੋਵਾ ਅੱਗੇ ਬੇਨਤੀ ਕਰਦਾ, ਪ੍ਰਾਰਥਨਾ ਕਰਦਾ, ਰਿਕੁਐਸਟ ਕਰਦਾ ਹੈ ਕਿ ਜਿਹੜਾ ਅਹੀਤੋਫਲ ਸ਼ਖਸ ਹੈ, ਕਿ ਜਿਹੜੀ ਉਹਦੀ ਸਲਾਹ ਹੈ, ਉਹਦੀ ਸਲਾਹ ਨੂੰ ਉਲਟਾ ਦੇ, ਪਰਮੇਸ਼ਰ ਤੋਂ ਉਲਟਾ ਦੇ, ਉਸ ਨੂੰ ਅਦਲਾ ਬਦਲੀ ਕਰ ਦੇ ਜਾਂ ਉਹਨੂੰ ਓਪੋਜ਼ਿਟ ਕਰ ਦੇ। ਇਹ ਪ੍ਰਾਰਥਨਾ ਦਾਊਦ ਪਰਮੇਸ਼ਰ ਅੱਗੇ ਕਰਦਾ ਹੈ। ਹੁਣ ਇਹ ਪ੍ਰਾਰਥਨਾ ਦਾਊਦ ਪਰਮੇਸ਼ਰ ਅੱਗੇ ਕਿਉਂ ਕਰਦਾ ਹੈ? ਇਹ ਅਹੀਤੋਫਲ ਦੇ ਪ੍ਰਤੀ ਬਾਰੇ ਵਿੱਚ ਕਿਉਂ? ਕਿਉਂਕਿ ਜਿਹੜਾ ਇਹ ਅਹੀਤੋਫਲ ਸੀਗਾ, ਇਹ ਅਬਸ਼ਾਲੋਮ ਪਾਤਸ਼ਾਹ ਦੇ ਨਾਲ ਰਲ ਚੁੱਕਾ ਸੀ, ਜਿਹੜਾ ਕਿ ਦਾਊਦ ਦਾ ਬੇਟਾ ਸੀ। ਔਰ ਇੱਥੇ ਇੱਕ ਹੋਰ ਸ਼ਖਸ ਆਉਂਦਾ ਆ, ਜਦੋਂ ਅਸੀਂ ਇਹਦਾ 17ਵਾਂ ਅਧਿਆਇ ਪੜ੍ਹਦੇ ਆ ਨਾ, 17ਵੇਂ ਅਧਿਆਇ ਵਿੱਚ ਕਾਫੀ ਗੱਲਾਂ ਕਲੀਅਰ ਹੁੰਦੀਆਂ। ਇੱਥੇ ਇੱਕ ਹੋਰ ਸ਼ਖਸ ਦਾ ਨਾਮ ਆਏਗਾ, ਉਹਦਾ ਨਾਮ ਆ, ਤੁਸੀਂ ਪੜ੍ਹਦੇ ਨਾ, ਉਹਦਾ ਨਾਮ ਹੈ ਹੁਸ਼ਈ। ਜਿਹੜਾ ਹੁਸ਼ਈ ਹੈ, ਉਹ ਵੀ ਇੱਕ ਸ਼ਖਸ ਹੈ ਜਿਹੜਾ ਕਿ ਦਾਊਦ ਦਾ ਸਲਾਹਕਾਰ ਕਹਿ ਲਓ, ਜਾਂ ਉਹਦਾ ਬਹੁਤ ਕਲੋਜ਼ ਸਲਾਹਕਾਰ ਮਿੱਤਰ ਦਾਊਦ ਦਾ ਸੀ। ਔਰ ਇਹ ਜਿਹੜਾ ਅਹੀਤੋਫਲ ਸੀਗਾ, ਇਹ ਵੀ ਦਾਊਦ ਦੇ ਬਹੁਤ ਕਲੋਜ਼ ਸੀਗਾ, ਉਹਦਾ ਬਹੁਤ ਕਲੋਜ਼ ਸਲਾਹਕਾਰ ਸੀ, ਔਰ ਇੱਕ ਕਹਿ ਲਓ ਕਿ ਖਾਸ ਸਲਾਹਕਾਰ ਸੀਗਾ। ਇਹ ਦੋ ਬੰਦੇ 17ਵੇਂ ਚੈਪਟਰ ਦੇ ਵਿੱਚ ਸਾਨੂੰ ਮਿਲਦੇ ਨੇ। ਤਾਂ ਸਪੈਸ਼ਲ ਜਿਹੜੀ ਪ੍ਰਾਰਥਨਾ ਕੀਤੀ ਜਾਂਦੀ ਹੈ, ਯਹੋਵਾ ਅੱਗੇ ਬੇਨਤੀ ਕੀਤੀ ਜਾਂਦੀ ਹੈ, ਉਹ ਦਾਊਦ ਬੇਨਤੀ ਕਰਦਾ ਹੈ ਅਹੀਤੋਫਲ ਦੇ ਬਾਰੇ ਵਿੱਚ ਕਿ ਪਰਮੇਸ਼ਰ ਉਹਦੀ ਸਲਾਹ ਨੂੰ ਤੂੰ ਉਲਟਾ ਦੇ, ਓਪੋਜ਼ਿਟ ਕਰ ਦੇ। ਔਰ ਸਿਰਫ ਉਹ ਅਹੀਤੋਫਲ ਦੀ ਬਾਰੇ ਵਿੱਚ ਦੁਆ ਹੁੰਦੀ ਹੈ, ਪ੍ਰਾਰਥਨਾ ਕੀਤੀ ਜਾਂਦੀ ਹੈ, ਹੁਸ਼ਾਈ ਦੇ ਨਹੀਂ। ਕਿਉਂਕਿ ਜਿਹੜਾ ਹੁਸ਼ਾਈ ਸੀਗਾ, ਇਹ ਵੀ ਅਬਸ਼ਾਲੋਮ ਦੇ ਪਾਤਸ਼ਾਹ ਦੇ ਮਹਿਲ ਵਿੱਚ ਹੀ ਰਹਿੰਦਾ, ਉੱਥੇ ਹੀ ਰਹਿੰਦਾ ਆ। ਪਰ ਜਿਹੜਾ ਹੁਸ਼ਾਈ ਸੀਗਾ, ਇਹ ਇੱਕ ਜਸੂਸ ਦੀ ਤਰ੍ਹਾਂ ਦਾਊਦ ਲਈ ਕੰਮ ਕਰ ਰਿਹਾ ਸੀ ਉੱਥੇ। ਔਰ ਲੇਕਿਨ ਇਸ ਗੱਲ ਦਾ ਅਬਸ਼ਾਲੋਮ ਨੂੰ ਨਹੀਂ ਸੀ ਪਤਾ, ਲੇਕਿਨ ਕਿ ਇਹ ਦਾਊਦ ਦੇ ਲਈ ਕੰਮ ਕਰ ਰਿਹਾ, ਇਹ ਦਾਊਦ ਮੇਰੇ ਪਿਤਾ ਦੇ ਨਾਲ ਰਲਿਆ ਹੋਇਆ, ਮਿਲਿਆ ਹੋਇਆ। ਤਾਂ ਇਸ ਕਰਕੇ ਹੁਸ਼ਾਈ ਉੱਥੇ ਐਜ਼ ਏ ਜਸੂਸ ਉਸਦਾ ਦੇ ਮਹਿਲ ਵਿੱਚ ਸੀਗਾ। ਲੇਕਿਨ ਅਬਸ਼ਾਲੋਮ ਜਿਹੜਾ ਸੀਗਾ, ਇਹ ਦਾਊਦ ਨੂੰ ਛੱਡ ਚੁੱਕਾ ਸੀ, ਦਾਊਦ ਨੂੰ ਧੋਖਾ ਦੇ ਚੁੱਕਾ ਸੀਗਾ। ਤਾਂ ਇਸ ਕਰਕੇ ਜਿਹੜਾ ਅਹੀਤੋਫਲ ਸੀਗਾ, ਦਾਊਦ ਨੂੰ ਧੋਖਾ ਦੇ ਚੁੱਕਾ ਸੀਗਾ, ਇਹ ਛੱਡ ਚੁੱਕਾ ਸੀ। ਔਰ ਇਹ ਇਸ ਜਗ੍ਹਾ 'ਤੇ ਅਬਸ਼ਾਲੋਮ ਦੇ ਮਹਿਲ ਵਿੱਚ ਉਹਦੇ ਉਸ ਪਾਤਸ਼ਾਹ ਦੇ ਨਾਲ, ਅਬਸ਼ਾਲੋਮ ਦੇ ਨਾਲ ਉਹਦੀ ਕਾਰਗੁਜ਼ਾਰੀ ਵਿੱਚ ਕੰਮ ਕਰ ਰਿਹਾ। ਔਰ ਜਿਹੜਾ ਇਹਦਾ ਤੁਸੀਂ ਪੂਰੀ ਸਟੱਡੀ ਕਰੀਏ, ਜਿਹੜਾ ਅਹੀਤੋਫਲ ਦਾ ਜਿਹੜਾ ਕਰੈਕਟਰ ਹੈ ਨਾ, ਉਹ ਬਲਿਆਮ ਦੀ ਤਰ੍ਹਾਂ ਦੱਸਿਆ ਗਿਆ ਕਿ ਇਹ ਥੋੜ੍ਹਾ ਲਾਲਚੀ ਬੰਦਾ ਸੀ। ਜਿੱਦਾਂ ਬਲਿਆਮ ਪੈਸੇ ਪਿੱਛੇ ਲੱਗ ਕੇ ਉਸ ਬਲਾਕ ਨੂੰ ਗਲਤ ਸਲਾਹ ਦੇ ਆਇਆ, ਔਰ ਇਸੇ ਤਰ੍ਹਾਂ ਇਹ ਅਹੀਤੋਫਲ ਦੀ ਸਟੋਰੀ, ਉੱਧਰ ਦਾ ਕਰੈਕਟਰ ਇਹਨੂੰ ਗਿਣਿਆ ਗਿਆ। ਔਰ ਇਹ ਅਹੀਤੋਫਲ ਜਿਹੜਾ ਅਬਸ਼ਾਲੋਮ ਵਾਸਤੇ ਕੰਮ ਕਰਦਾ। ਔਰ ਇੱਥੇ ਲਿਖਿਆ ਕਿ ਇਸ ਕਰਕੇ ਦਾਊਦ ਨੇ ਪ੍ਰਾਰਥਨਾ ਕੀਤੀ ਕਿ ਪ੍ਰਭੂ ਅਹੀਤੋਫਲ ਦੀ ਜਿਹੜੀ ਸਲਾਹ ਆ, ਜਿਹੜੀ ਕਿ ਅਬਸ਼ਾਲੋਮ ਨੂੰ ਦਿੱਤੀ ਗਈ ਹੈ, ਉਹਨੂੰ ਉਲਟਾ ਦੇ, ਉਹਨੂੰ ਓਪੋਜ਼ਿਟ ਕਰ ਦੇ। ਕਿਉਂਕਿ ਕਲਾਮ 'ਚ ਲਿਖਿਆ ਕਿ ਜਦੋਂ ਅਸੀਂ 17ਵੇਂ ਚੈਪਟਰ 'ਚ ਪੜ੍ਹਦੇ ਹਾਂ ਨਾ, ਕਲਾਮ 'ਚ ਲਿਖਿਆ ਉਹਨੇ ਸਲਾਹ ਕੀ ਦਿੱਤੀ ਸੀ, ਕੀ ਕਿਹਾ ਸੀਗਾ ਅਬਸ਼ਾਲੋਮ ਨੂੰ।
17वें ਚੈਪਟਰ ਦੀ ਪਹਿਲੀ ਆਇਤ ਲਿਖਿਆ, ਇਥੋਫਲ ਨੇ ਅਬਸ਼ਾਲੋਮ ਨੂੰ ਇਹ ਵੀ ਆਖਿਆ, ਮੈਨੂੰ ਪ੍ਰਵਾਨਗੀ ਦਿਓ ਜੋ ਮੈਂ ਹੁਣ 12,000 ਮਨੁੱਖ ਚੁਣ ਲਵਾਂ ਅਤੇ ਇਸੇ ਰਾਤ ਉੱਠ ਕੇ ਦਾਊਦ ਦਾ ਪਿੱਛਾ ਕਰਾਂ। ਤੇ ਦੂਸਰੇ ਵਚਨ ਵਿੱਚ ਲਿਖਿਆ, ਅਤੇ ਜਿਸ ਵੇਲੇ ਉਹ ਥੱਕਿਆ ਹੋਇਆ ਹੋਏਗਾ, ਉਹਦੇ ਹੱਥ ਢੁੱਲੇ ਹੋਣ ਤਾਂ ਮੈਂ ਉਹਦੇ ਉੱਤੇ ਜਾ ਪਵਾਂਗਾ ਅਤੇ ਉਹਨੂੰ ਡਰਾਵਾਂਗਾ, ਜੋ ਉਹਦੇ ਨਾਲ ਦੇ ਸਾਰੇ ਭੱਜ ਜਾਣਗੇ ਅਤੇ ਮੈਂ ਨਿਰਾ ਪਾਤਸ਼ਾਹ ਨੂੰ ਹੀ ਮਾਰ ਲਵਾਂਗਾ। ਇਹ ਇਥੋਫਲ ਨੇ ਅਬਸ਼ਾਲੋਮ ਪਾਤਸ਼ਾਹ ਨੂੰ ਸਲਾਹ ਦਿੱਤੀ ਕਿ ਤੂੰ ਮੇਰੇ ਨਾਲ, ਮੈਂ 12,000 ਯੋਧਿਆਂ ਨੂੰ ਆਪਣੇ ਨਾਲ ਤਿਆਰ ਕਰਦਾ ਔਰ ਜਾ ਕੇ ਮੈਂ ਦਾਊਦ ਕੋਲ ਚਲਾ ਜਾਣਾ, ਔਰ ਜਦੋਂ ਆਰਾਮ ਕਰਦੇ ਹੋਣਗੇ ਆਪਣੇ ਤੰਬੂਆਂ ਦੇ ਵਿੱਚ, ਔਰ ਮੈਂ ਜਾ ਕੇ ਉਹਨਾਂ ਨੂੰ ਡਰਾਵਾਂਗਾ, ਮੈਂ ਜਾ ਕੇ ਉੱਤੇ ਉਹਨਾਂ ਦੇ ਉੱਤੇ ਜਾ ਪਾਵਾਂਗਾ, ਔਰ ਮੈਂ ਹੋਰ ਕਿਸੇ ਨੂੰ ਕੁਛ ਨਹੀਂ ਕਹੂੰਗਾ, ਕਿਸੇ ਟੈਲੀਓ ਨੇ, ਕਿਸੇ ਸਿਪਾਹੀ ਨੂੰ, ਕਿਸੇ ਨੂੰ ਕੁਛ ਨਹੀਂ ਕਹੂੰਗਾ, ਸਿਰਫ ਮੈਂ ਦਾਊਦ ਨੂੰ ਮਾਰੂੰਗਾ। ਔਰ ਇਹ ਸਲਾਹ ਕਹਿ ਲਓ ਕਿ ਇਥੋਫਲ ਨੇ ਅਬਸ਼ਾਲੋਮ ਨੂੰ ਦਿੱਤੀ। ਤੇ ਜਦੋਂ ਇਹ ਸਲਾਹ ਸੁਣੀ, ਤੇ ਇਹ ਸਲਾਹ ਦੀ ਦੁਆ ਤਾਂ ਦਾਊਦ ਨੇ ਪਹਿਲਾਂ ਹੀ ਕਰ ਚੁੱਕਾ ਹੈ 16ਵੇਂ ਚੈਪਟਰ ਦੇ ਵਿੱਚ, 15ਵੇਂ ਚੈਪਟਰ ਦੇ ਵਿੱਚ ਪਹਿਲਾਂ ਹੀ ਉਹ ਦੁਆ ਕਰ ਚੁੱਕਾ ਕਿ ਪ੍ਰਭੂ ਜਿਹੜੀ ਉਹਦੀ ਸਲਾਹ ਜੋ ਵੀ ਪਾਤਸ਼ਾਹ ਨੂੰ ਦੇਵੇ ਉਹਨੂੰ ਤੂੰ ਓਪੋਜ਼ਿਟ ਕਰ ਦੇ, ਉਹਨੂੰ ਉਲਟਾ ਕਰ ਦੇ। ਤਾਂ ਕਲਾਮ 'ਚ ਲਿਖਿਆ, ਹੁਣ 17ਵੇਂ ਚੈਪਟਰ 'ਚ ਅਬਸ਼ਾਲੋਮ ਨੂੰ ਇਥੋਫਲ ਇਹ ਸਲਾਹ ਦਿੰਦਾ ਆ, ਤੇ ਲਿਖਿਆ ਵੀ ਇਹ ਸਲਾਹ ਆ ਮੇਰੀ ਕਿ ਤੂੰ ਮੈਨੂੰ ਜਾਣ ਦੇ ਤੇ ਮੈਂ ਇਕੱਲੇ ਦਾਊਦ ਨੂੰ ਮਾਰ ਕੇ ਆਵਾਂਗਾ। ਤੇ ਵਚਨ ਲਿਖਿਆ, ਇਹ ਸਲਾਹ ਜਦੋਂ ਅਬਸ਼ਾਲੋਮ ਨੇ ਸੁਣੀ, ਉਸ ਤੋਂ ਬਾਅਦ ਜਦੋਂ ਅਸੀਂ ਚੌਥੀ ਆਇਤ ਪੜ੍ਹਦੇ ਹਾਂ, ਸੋ ਇਹ ਗੱਲ ਅਬਸ਼ਾਲੋਮ ਅਤੇ ਸਾਰੇ ਇਸਰਾਏਲ ਬਜ਼ੁਰਗਾਂ ਨੂੰ ਚੰਗੀ ਲੱਗੀ। ਜੋ ਉਹਨੂੰ ਸਲਾਹ ਦਿੱਤੀ ਇਥੋਫਲ ਨੇ, ਇਹ ਸਲਾਹ ਅਬਸ਼ਾਲੋਮ ਪਾਤਸ਼ਾਹ ਨੂੰ ਵੀ ਚੰਗੀ ਲੱਗੀ ਤੇ ਉਹਦੇ ਜਿਹੜੇ ਬਾਕੀ ਬਜ਼ੁਰਗ ਸੀ ਉਹਨਾਂ ਨੂੰ ਵੀ ਅੱਛੀ ਲੱਗੀ ਵੀ ਇਹ ਠੀਕ ਹੈ, ਵੀ ਇੱਦਾਂ ਕਰੋ ਵੀ ਤੁਸੀਂ ਰਾਤ ਨੂੰ ਜਾਇਓ ਜਦੋਂ ਦਾਊਦ ਔਰ ਉਹਦੇ ਬਾਕੀ ਸਾਰੇ ਯੋਧੇ ਆਰਾਮ ਕਰ ਰਹੇ ਹੋਣਗੇ, ਤਾਂ ਉਦੋਂ ਜਾ ਕੇ ਤੁਸੀਂ ਉਹਨਾਂ 'ਤੇ ਜਾ ਕੇ ਹਮਲਾ ਕਰ ਦਿਓ ਤੇ ਜਾ ਕੇ ਇਹ ਦਾਊਦ ਨੂੰ ਮਾਰ ਦੇਗਾ। ਇਹ ਸਾਰੇ ਬਜ਼ੁਰਗਾਂ ਨੂੰ ਅੱਛੀ ਲੱਗੀ। ਪਰ ਕਲਾਮ 'ਚ ਲਿਖਿਆ, 5ਵੀਂ ਆਇਤ ਲਿਖਿਆ, ਅਬਸ਼ਾਲੋਮ ਨੇ ਆਖਿਆ, ਭਾਈ ਹੁਸ਼ਈ ਅਰਕੀ ਨੂੰ ਵੀ ਸੱਦ ਲਓ, ਜੋ ਉਹਦੇ ਮੂੰਹੋਂ ਵੀ ਅਸੀਂ ਕੁਝ ਸੁਣੀਏ। ਅਬਸ਼ਾਲੋਮ ਪਾਤਸ਼ਾਹ ਨੇ ਲਿਖਿਆ ਤੇ ਹੁਸ਼ਈ ਨੂੰ ਸੱਦਿਆ, ਤੇ ਹੁਸ਼ਈ ਨੇ ਕਿਹਾ, ਤੇ ਕਿਉਂਕਿ ਹੁਸ਼ਈ ਜਿਹੜਾ ਸੀਗਾ ਉਹ ਦਾਊਦ ਪਾਤਸ਼ਾਹ ਵਾਸਤੇ ਇੱਕ ਜਸੂਸ ਦਾ ਕੰਮ ਕਰ ਰਿਹਾ ਸੀ, ਜਿਹੜਾ ਹੁਸ਼ਈ ਸੀਗਾ ਉਹ ਦਾਊਦ ਦੇ ਹੱਕ ਵਿੱਚ ਸੀਗਾ, ਔਰ ਇਸ ਕਰਕੇ ਹੁਸ਼ਈ ਨੇ ਕਿਹਾ ਵੀ ਸਲਾਹ ਤੇ ਚੰਗੀ ਹੈ ਪਰ ਇਸ ਸਮੇਂ ਵਾਸਤੇ ਠੀਕ ਨਹੀਂ। ਜਦੋਂ 7ਵਾਂ ਚੈਪਟਰ ਪੜ੍ਹੋਗੇ ਨਾ, ਲਿਖਿਆ, ਤੂੰ ਬੋਲ। ਤਦ ਹੁਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਇਹ ਸਲਾਹ ਜੋ ਅਬਸ਼ਾਲੋਮ ਨੇ ਦੱਸੀ ਹੈ ਸੋ ਇਸ ਵੇਲੇ ਚੰਗੀ ਨਹੀਂ। ਨਾਲੇ ਹੁਸ਼ਈ ਨੇ ਆਖਿਆ ਕਿ ਤੁਸੀਂ ਆਪਣੇ ਪਿਤਾ ਅਤੇ ਉਹਦੇ ਮਨੁੱਖਾਂ ਨੂੰ ਜਾਣਦੇ ਹੋ, ਜੋ ਕਿੱਡੇ ਕੁ ਸੂਰਮੇ ਹਨ ਅਤੇ ਉਹ ਆਪਣੇ ਜੀਆਂ ਵਿੱਚ ਉਸ ਰਿਸ਼ਣੀ ਵਾਂਗੂ ਜਿਹਦੇ ਬੱਚੇ ਉਜਾੜ ਵਿੱਚ ਖੁੱਸ ਗਏ ਹੋਣ, ਕੌੜੇ ਹੋਏ ਹੋਣ। ਤੁਹਾਡਾ ਪਿਤਾ ਯੋਧਾ ਮਨੁੱਖ ਹੈ ਔਰ ਉਹ ਲੋਕਾਂ ਦੇ ਨਾਲ ਨਾ ਰਹੇਗਾ। ਵੇਖੋ, ਜੋ ਹੁਣ ਕਿਸੇ ਖੋਹ ਵਿੱਚ ਜਾਂ ਕਿਸੇ ਹੋਰ ਥਾਂ ਵਿੱਚ ਲੁਕਿਆ ਹੋਇਆ ਹੈ, ਅਤੇ ਜੇਕਰ ਪਹਿਲ ਵੀ ਲੋਕਾਂ ਵਿੱਚੋਂ ਕੋਈ ਹਾਰ ਜਾਣ ਤਾਂ ਸਭਨਾਂ ਵਿੱਚੋਂ ਇਹੋ ਹੀ ਸੁਣਿਆ ਜਾਏਗਾ, ਭਾਈ ਅਬਸ਼ਾਲੋਮ ਦੇ ਲੋਕਾਂ ਵਿੱਚ ਵਾੜ ਪੈ ਗਈ। ਹੁਣ ਇੱਥੇ ਹੁਸ਼ਈ ਆਉਂਦਾ ਤੇ ਪਹਿਲੀ ਗੱਲ ਤੇ ਹੁਸ਼ਈ ਆ ਕੇ ਨਾ ਉਹਨਾਂ 'ਚ ਖੌਫ ਪੈਦਾ ਕਰਦਾ, ਡਰਾਉਂਦਾ ਵੀ ਅਬਸ਼ਾਲੋਮ ਨੂੰ ਕਹਿੰਦਾ, ਤੈਨੂੰ ਪਤਾ ਨਾ ਤੇਰੇ ਪਿਤਾ ਦਾ ਕਿੱਡਾ ਯੋਧਾ ਆ, ਤੇ ਉਹਦੇ ਨਾਲ ਕਿੱਡੇ ਯੋਧੇ ਨੇ। ਤੇ ਲਿਖਿਆ ਵੀ ਹੁਣ ਤੇ ਵੇਲਾ ਹੀ ਇਹ ਹੈ ਵੀ ਇਹ ਸਮਾਂ ਚੱਲ ਰਿਹਾ ਵੀ ਜਿੱਦਾਂ ਇੱਕ ਜੰਗਲ ਦੇ ਵਿੱਚ ਰਿਸ਼ਣੀ ਦੇ ਬੱਚੇ ਖੋਹ ਲੈ ਗਏ। ਹੁਣ ਤੋਂ ਕਿੱਦਾਂ ਜਦੋਂ ਰਿਸ਼ਣੀ ਕੌੜੀ ਹੋ ਜਾਂਦੀ ਵੀ ਮੇਰੇ ਬੱਚੇ ਕੋਈ ਖੋਹ ਕੇ ਲੈ ਗਿਆ, ਚੁਰਾ ਕੇ ਲੈ ਗਿਆ, ਤੇ ਉਹਨੂੰ ਬਹੁਤ ਗੁੱਸਾ ਚੜ੍ਹਦਾ, ਤੇ ਉਹ ਕਿਸੇ ਨੂੰ ਵੀ ਪਾੜ ਖਾਣ ਵਾਸਤੇ ਜਾਂਦੀ ਹੈ, ਕਿਸੇ ਨੂੰ ਵੀ ਮਾਰਨ ਤੱਕ ਜਾਂਦੀ ਹੈ। ਕਹਿੰਦੇ ਹੁਣ ਤਾਂ ਸਮਾਂ ਇੱਦਾਂ ਦਾ ਬਣਿਆ ਹੋਇਆ ਵੀ ਹਿਸਾਬ ਲਾ ਲਓ ਵੀ ਜੇ ਤੁਸੀਂ ਇਸ ਟਾਈਮ ਜਾਂਦੇ ਹੋ ਤੇ ਹੁਣ ਦੇਖੋ ਵੀ ਇਹ ਸਮਾਂ ਅੱਛਾ ਨਹੀਂ ਹੈ, ਵੀ ਬਹੁਤ ਭਿਆਨਕ ਸਮਾਂ ਹੋਏਗਾ। ਤੇ ਜੇ ਉੱਥੇ ਵਾੜ ਪੈ ਜਾਂਦੀ ਹੈ, ਜੇ ਉੱਥੇ ਕੋਈ ਵੱਢਿਆ ਜਾਂਦਾ, ਜੇ ਉੱਥੇ ਹਾਰ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਗੱਲ ਇਹ ਉੱਠਣੀ ਹੈ, ਰੌਲਾ ਇਹ ਪੈ ਜਾਣਾ ਵੀ ਅਬਸ਼ਾਲੋਮ ਦੇ ਸੂਰਮੇ ਜਾਂ ਅਬਸ਼ਾਲੋਮ ਦੇ ਲੋਕਾਂ ਦੇ ਵਿੱਚ ਵਾੜ ਪੈ ਗਈ, ਤੇ ਸਭ ਲੋਕਾਂ ਨੇ ਉੱਥੋਂ ਭੱਜ ਜਾਣਾ ਤੇ ਤੁਹਾਡੇ ਵਾਸਤੇ ਬਹੁਤ ਔਖ ਹੋ ਜਾਣੀ ਹੈ। ਤਾਂ ਇਸ ਕਰਕੇ ਫਿਰ ਇਹ ਸਲਾਹ ਜਿਹੜੀ ਟਾਲ ਦਿੱਤੀ ਗਈ। ਹੁਣ ਇਹ ਟਾਲੀ ਕਿਉਂ ਗਈ? ਮੈਂ ਫਿਰ ਕਹਿ ਰਿਹਾ ਕਿ ਇਹਦੇ ਵਾਸਤੇ ਪ੍ਰਾਰਥਨਾ ਦਾਊਦ ਨੇ ਪਹਿਲਾਂ ਹੀ ਕਰ ਦਿੱਤੀ ਗਈ ਸੀ। ਔਰ ਜਦੋਂ ਹੁਸ਼ਈ ਨੇ ਇਹ ਗੱਲ ਕਹੀ ਵੀ ਇਹ ਸਲਾਹ ਅਬਸ਼ਾਲੋਮ ਦੀ ਇਥੋਫਲ ਦੀ ਸਲਾਹ ਇਸ ਟਾਈਮ ਠੀਕ ਨਹੀਂ ਹੈ, ਤਾਂ ਇਹ ਸਲਾਹ ਟਾਲ ਦਿੱਤੀ ਗਈ ਤੇ ਹੁਸ਼ਈ ਦੀ ਸਲਾਹ ਉੱਥੇ ਮੰਨੀ ਗਈ। ਤੇ ਜਦੋਂ ਉਹਨੂੰ ਪਤਾ ਲੱਗ ਗਿਆ ਇਥੋਫਲ ਨੂੰ ਵੀ ਮੇਰੀ ਸਲਾਹ ਨਹੀਂ ਮੰਨੀ ਤੇ ਹੁਣ ਮੇਰੀ ਖੈਰ ਨਹੀਂ, ਇਸ ਕਰਕੇ ਕਿਉਂਕਿ ਉਹਨੂੰ ਪਤਾ ਲੱਗ ਚੁੱਕਾ ਸੀ ਵੀ ਜੇ ਮੈਂ ਇੱਥੇ ਰਹਿ ਗਿਆ ਤੇ ਬਚਣਾ ਮੈਂ ਤਾਂ ਵੀ ਨਹੀਂ, ਕਿਉਂਕਿ ਜੇ ਦਾਊਦ ਔਰ ਉਹਦੇ ਯੋਧੇ ਆ ਗਏ ਤੇ ਫਿਰ ਵੀ ਮੈਂ
क्योंकि मैं दाऊद दे नाल रहा, मैं उसदा सलाहकार रहा, मैं मेरे अच्छे रिलेशन दाऊद दे नाल रहे ने, तो मैं किद्दां फेस करूँगा? बचना मैं फिर भी नहीं। वो उत्थों ये समझ के कि हुण मेरी सलाह नहीं मन्नी, उत्थों लिखिया कलाम 'च लिखिया कि तुसीं इहदी 23वीं ऐत पढ़ोगे ना, 17वां 23वीं लिखिया, उत्थों तुर पिया। किद्दां तुरिया? जां अहीतोफल ने डिठा भाई मेरी सलाह नूं नहीं वरतिया, तां उहने अपने खोते उत्ते काठी पाई और उत्ते चढ़ के अपने शहर विच घर नूं गया अते अपने घराणे नूं सुधार के अपने आप नूं फाहे दे दिता अते मर गया अते अपने प्यो दी समाध विच दबिया गया। हुण एक कलाम 'च लिखिया कि इत्थों अपने ने गधे उत्ते काठी पाई और वापस अपने घर विच चला गया। हुण घर विच जाके इहने जांदे फाड़ नहीं ले लिया, इहने घर जाके ਜਦੋਂ ਅਸੀਂ ਇੰਗਲਿਸ਼ ਬਾਈਬਲ ਪੜ੍ਹਦੇ ਤੇ ਲਿਖਿਆ ਕਿ ਇਹਨੇ ਸਾਰੀ ਮੈਨੇਜਮੈਂਟ ਕੀਤੀ। ਚੰਗੀ ਜਿਹਾ ਸਟੱਡੀ ਕਰਾਂਗੇ ਉੱਥੇ ਲਿਖਿਆ ਜੋ ਵਸੀਅਤਨਾਮਾ ਜਿਹਨੇ ਬੱਚਿਆਂ ਦਾ ਬਣਦਾ ਸੀ ਸਭ ਕੁਝ ਕਰਕੇ, ਕਿਹਦੀ ਜ਼ਮੀਨ ਕਿਹਨੂੰ ਆ, ਕਿੰਨਾ ਵਸੀਅਤਨਾ ਕਿੰਨੀ ਜਾਇਦਾਦ ਕਿਹਨੂੰ ਆਏਗੀ, ਸਭ ਕੁਝ ਕਰਕੇ ਆਪਣੇ ਘਰ ਦਾ ਵਧੀਆ ਤਰੀਕੇ ਨਾਲ ਮੈਨੇਜਮੈਂਟ ਕਰਕੇ ਸਾਰੀ ਜਾਇਦਾਦ ਸਾਰੇ ਪੈਸੇ ਜੋ ਕੁਝ ਸੀਗਾ ਉਹਦਾ ਸਹੀ ਤਰੀਕੇ ਨਾਲ ਅਰੇਂਜਮੈਂਟ ਕਰਕੇ ਉਸ ਤੋਂ ਬਾਅਦ ਫਾਹ ਲਿਆ। ਉਸ ਤੋਂ ਬਾਅਦ ਇਹਨੇ ਮਰਿਆ, ਫਾਹ ਲਿਆ ਕੇ ਮਰ ਗਿਆ। ਹੁਣ ਤੁਸੀਂ ਆਪ ਹੀ ਦੇਖੋ ਨਤੀਜਾ ਇੱਥੇ ਨਿਕਲਦਾ ਵੀ ਜਿਹੜਾ ਬੰਦਾ ਫਾਹ ਲੈ ਕੇ ਮਰੂਗਾ, ਸੁਸਾਈਡ ਕਰੂਗਾ, ਤੇ ਸੁਸਾਈਡ ਕਰਨ ਵਾਲਾ ਇਨਸਾਨ स्वर्ग 'ਚ ਕਿੱਦਾਂ ਜਾਊਗਾ? ਅੱਗੇ ਅਜੇ ਮੈਂ ਤੁਹਾਨੂੰ ਕਲੀਅਰ ਕਰੂੰਗਾ, ਪਰ ਮੈਂ ਇੱਥੇ ਹੀ ਵਚਨ ਦਾ ਕਹ ਲਓ ਜਿਹੜਾ ਉੱਤਰ ਹੈ ਇੱਥੇ ਸਾਨੂੰ ਮਿਲ ਜਾਂਦਾ ਕਿ ਜਿਹੜਾ ਸੁਸਾਈਡ ਇਨਸਾਨ ਕਰਦਾ, ਆਤਮ ਹੱਤਿਆ ਕਰਦਾ, ਤਾਂ ਉਹ ਇਨਸਾਨ स्वर्ग ਵਿੱਚ ਕਿੱਦਾਂ ਜਾਏਗਾ? ਉਹ ਤੇ ਆਪਣਾ ਨਾਮ ਆਪੇ ਕਟਾ ਕੇ ਬਹਿ ਗਿਆ। ਹੁਣ ਇਹ ਬੰਦਾ ਇਸ ਕਰਕੇ ਇੱਥੋਂ ਭੱਜਿਆ ਵੀ ਮੇਰੀ ਸਲਾਹ ਨਹੀਂ ਮੰਨੀ, ਤੇ ਜੇ ਸਲਾਹ ਮੰਨ ਲੈਂਦਾ ਤੇ ਤਾਂ ਵੀ, ਕਿਉਂਕਿ ਕਲਾਮ 'ਚ ਲਿਖਿਆ ਸਲਾਹ ਇਹਦੀ ਅੱਛੀ ਸੀ, ਜਿਹੜੀ ਸਲਾਹ ਸੀ ਸਲਾਹ ਬਿਲਕੁਲ ਸਹੀ ਸੀ ਇਹਦੀ, ਪਰ ਕਲਾਮ 'ਚ ਲਿਖਿਆ ਜੇ ਇਹਦੀ ਸਲਾਹ ਮੰਨੀ ਜਾਂਦੀ ਤੇ ਫਿਰ ਸਾਰਾ ਵਚਨ, ਸਾਰੀ ਸਟੋਰੀ ਪੁੱਠੀ ਹੋ ਜਾਣੀ ਸੀ, ਗਲਤ ਹੋ ਜਾਣੀ ਸੀ। ਫਿਰ ਕਲਾਮ 'ਚ ਦਾਊਦ ਪਰਮੇਸ਼ਰ ਦਾ ਦਿਲ ਕਿੱਦਾਂ ਖਵਾਉਂਦਾ, ਇਹ ਦਾਊਦ ਜੋ ਸਭ ਕੁਛ ਅੱਗੇ ਅਗਲੇ ਚੈਪਟਰਾਂ 'ਚ ਹੋਇਆ ਕਿੱਦਾਂ ਹੋਣਾ ਸੀ, ਕਿਉਂਕਿ ਸਾਰਾ ਕੁਛ ਪਹਿਲਾਂ ਦਾਊਦ ਨੇ ਪ੍ਰਾਰਥਨਾ ਕਰ ਦਿੱਤੀ ਸੀ ਕਿ ਜੋ ਕੁਛ ਅਹੀਤੋਫਲ ਦੀ ਸਲਾਹ ਹੋਵੇ ਪ੍ਰਭੂ ਤੁਹਾਨੂੰ ਓਪੋਜ਼ਿਟ ਕਰ ਦੇ, ਤੇ ਖੁਦਾ ਨੇ ਓਪੋਜ਼ਿਟ ਕਰ ਦਿੱਤੀ, ਖੁਦਾ ਨੇ ਉਲਟਾ ਕਰਤੀ, ਉਹਦੀ ਸਲਾਹ ਨਹੀਂ ਮੰਨੀ ਗਈ। ਤਾਂ ਇਸ ਕਰਕੇ ਇਸ ਗੁੱਸੇ ਵਿੱਚ ਆ ਕੇ, ਇਸ ਭਰਮ ਵਿੱਚ ਆ ਕੇ, ਇਸ ਖੌਫ ਵਿੱਚ ਆ ਕੇ ਕਿ ਮੈਂ ਦਾਊਦ ਦਾ ਕਿੱਦਾਂ ਸਾਹਮਣਾ ਕਰੂੰਗਾ ਔਰ ਮੇਰੇ ਨਾਲ ਕਿੱਦਾਂ ਦਾ ਵਰਤਾਓ ਕਰਨਗੇ ਜਦ ਮੈਂ ਫੜਿਆ ਜਾਵਾਂਗਾ, ਜਦ ਮੇਰੇ 'ਤੇ ਹਮਲਾ ਹੋਏਗਾ, ਇਸ ਕਰਕੇ ਉੱਥੋਂ ਚਲਿਆ ਗਿਆ ਔਰ ਜਾ ਕੇ ਫਾਹ ਲੈ ਲਿਆ, ਮਰ ਗਿਆ। ਔਰ ਕਲਾਮ 'ਚ ਲਿਖਿਆ, ਵਚਨ ਵਿੱਚ ਲਿਖਿਆ, ਜਦੋਂ ਅਸੀਂ ਪੜ੍ਹਦੇ ਹਾਂ ਨਾ ਇਹਦਾ ਜ਼ਬੂਰਾਂ ਦੀ ਪੋਥੀ ਦਾ 55 ਅਧਿਆਏ ਉਹਦੀ 12 ਆਇਤ, ਜ਼ਬੂਰ 55 ਉਹਦੀ 12 ਆਇਤ, ਉੱਥੇ ਲਿਖਿਆ, ਜਿਹੜਾ ਮੇਰੇ ਉੱਤੇ ਹਰਫ ਲਿਆਉਂਦਾ ਉਹ ਤਾਂ ਮੇਰਾ ਵੈਰੀ ਨਹੀਂ ਸੀ, ਨਹੀਂ ਤਾਂ ਮੈਂ ਸਹਿ ਲੈਂਦਾ, ਅਤੇ ਜੋ ਮੇਰੇ ਵਿਰੁੱਧ ਫੁੱਲਦਾ ਸੀ ਉਹ ਮੇਰਾ ਦੁਸ਼ਮਣ ਨਹੀਂ ਸੀ, ਨਹੀਂ ਤਾਂ ਮੈਂ ਉਸ ਤੋਂ ਲੁਕ ਜਾਂਦਾ, ਪਰ ਤੂੰ ਹੀ ਸੈਂ ਜੋ ਮੇਰੇ ਬਰੋਬਰ ਦਾ ਮਨੁੱਖ, ਮੇਰੇ ਨਾਲ ਦਾ ਅਤੇ ਮੇਰਾ ਜਾਣੂ ਪਛਾਣੂ ਸੈਂ। ਅਸੀਂ ਆਪਸ ਵਿੱਚ ਮਿੱਠੀਆਂ ਗੋਂਦਾਂ ਗਾਉਂਦੇ ਹੁੰਦੇ ਸਾਂ ਅਤੇ ਸੰਗਤ ਦੇ ਨਾਲ ਪਰਮੇਸ਼ਵਰ ਦੇ ਭਵਨ ਵਿੱਚ ਫਿਰਦੇ ਹੁੰਦੇ ਸਾਂ। ਜਦੋਂ 54 ਜ਼ਬੂਰ 54 ਪੜ੍ਹੀਏ ਨਾ, ਉਹਦੇ ਵਿੱਚ ਲਿਖਿਆ, ਜਿਹੜਾ ਉੱਪਰ ਹੈਡਿੰਗ ਹੈ ਨਾ ਉਹ 'ਚ ਵੀ ਲਿਖਿਆ, ਸੁਰਪਤੀ ਲਈ ਤਾਰ ਵਾਜਿਆਂ ਅਤੇ ਦਾਊਦ ਦੀ ਕਾਫੀ। ਜਦ ਜਿਫੀਆ ਨੇ ਆ ਕੇ ਸ਼ਾਊਲ ਨੂੰ ਆਖਿਆ, ਭਲਾ ਦਾਊਦ ਸਾਡੇ ਵਿੱਚ ਛਿਪਿਆ ਨਹੀਂ ਰਹਿੰਦਾ। ਅਤੇ 55 ਅਧਿਆਏ ਦੇ ਵਿੱਚ ਇਹ ਕਲੀਅਰ ਹੁੰਦਾ ਆ, ਜੋ ਤੁਸੀਂ ਚੰਗੀ ਤਰ੍ਹਾਂ ਇਹਨਾਂ ਵਚਨਾਂ ਦੀ ਸਟੱਡੀ ਕਰੋਗੇ ਡੀਪਲੀ ਜਾ ਕੇ, ਔਰ ਇਹ ਸ਼ੋਅ ਹੁੰਦਾ ਕਿ ਇਹ ਬੰਦਾ ਅਹੀਤੋਫਲ ਸੀਗਾ। ਕਿਉਂਕਿ ਕਲਾਮ 'ਚ ਲਿਖਿਆ ਕਿ ਜੇ ਕਹਿੰਦਾ ਵੀ 12ਵੀਂ ਵਚਨ 'ਚ ਲਿਖਿਆ, ਕਹਿੰਦਾ ਜਿਹੜਾ ਮੇਰੇ ਉੱਤੇ ਹਰਫ ਲਿਆਉਂਦਾ ਉਹ ਤਾਂ ਮੇਰਾ ਵੈਰੀ ਨਹੀਂ ਸੀ, ਨਹੀਂ ਤਾਂ ਮੈਂ ਸਹਿ ਲੈਂਦਾ। ਕਹਿੰਦਾ ਵੀ ਮੈਂ ਸਹਿ ਲੈਂਦਾ, ਜੇ ਮੈਨੂੰ ਨਾ ਜਾਣਦਾ ਹੁੰਦਾ, ਜੇ ਉਹ ਮੇਰਾ ਨਾਮ ਮਿੱਤਰ ਹੁੰਦਾ, ਜਾਂ ਮੇਰਾ ਸਲਾਹਕਾਰ ਨਾ ਹੁੰਦਾ, ਜਾਂ ਮੇਰੇ ਨਾਲ ਉਹਨੇ ਖਾਧਾ ਪੀਤਾ ਨਾ ਹੁੰਦਾ, ਤੇ ਮੈਂ ਸਹਿ ਲੈਂਦਾ ਵੀ ਉਹ ਮੇਰਾ ਵੈਰੀ ਹੈ, ਮੈਨੂੰ ਜਾਣਦਾ ਨਹੀਂ। ਹੁਣ ਇਹ ਗੱਲਾਂ ਮੈਂ ਕਿੱਦਾਂ ਸਹਿ ਲਾਂ, ਇਹ ਕਿੱਦਾਂ ਮੈਨੂੰ ਪਚਣ? ਤੇ ਇਹ 12ਵੀਂ 13ਵੀਂ ਤੇ 14ਵੀਂ ਐਤ ਇਹ ਅਹੀਤੋਫਲ ਬਾਰੇ ਬਿਆਨ ਕਰਦੀ ਹੈ। ਜਦੋਂ ਅਸੀਂ ਡੀਪਲੀ ਸਟੱਡੀ ਕਰਦੇ ਹਾਂ ਤਾਂ ਕਲਾਮ ਦੇ ਅਨੁਸਾਰ, ਵਚਨ ਦੇ ਅਨੁਸਾਰ ਅਹੀਤੋਫਲ ਸੀਗਾ ਜਿਹਨੇ ਦਾਊਦ ਦੇ ਬਾਰੇ ਇਹ ਲਿਖ ਰਿਹਾ, ਇਹ 54 ਜ਼ਬੂਰ ਦੇ 55 ਜ਼ਬੂਰ ਦੇ ਵਿੱਚ। ਇਸ ਕਰਕੇ ਮੇਰੇ ਭੈਣੋ ਭਰਾਵੋ, ਇਹ 4 ਬੰਦੇ ਹੋਏ ਨੇ। ਪਹਿਲਾ ਕਹਿ ਲਓ ਕਿ ਗਿਹਾਜੀ, ਦੂਸਰਾ ਬਲਿਆਮ, ਤੀਸਰਾ ਦੋਏਗ ਤੇ ਚੌਥਾ ਅਹੀਤੋਫਲ। ਇਹ 4 ਬੰਦੇ ਪੁਰਾਣੇ ਨਿਯਮ 'ਚ ਹੋਏ ਨੇ ਜਿਨ੍ਹਾਂ ਦਾ ਨਾਮ ਜੀਵਨ ਦੀ ਪੋਥੀ ਸੀ ਪਰ ਕਟਿਆ ਗਿਆ। ਅੱਛਾ ਜੀ, ਅੱਜ ਦੀ ਸਟੱਡੀ ਤਾਂ ਇਹ ਸੀਗੀ ਕਿ ਅਹੀਤੋਫਲ ਬਾਰੇ। ਅਹੀਤੋਫਲ ਮਰ ਗਿਆ, ਫਾਹ ਲੈ ਕੇ ਮਰਿਆ। ਔਰ ਮੈਂ ਪਿਛਲੇ ਕਰੈਕਟਰਾਂ ਬਾਰੇ ਵੀ ਥੋੜ੍ਹਾ ਚੜਨਾ ਪਾਉਣਾ ਚਾਹੁੰਦਾ
ਜਿਹੜੇ ਪਿਛਲੇ ਕਰੈਕਟਰ ਮੈਂ 4 ਬੰਦੇ ਦੱਸੇ ਸੀ, 4 ਬੰਦੇ ਪੁਰਾਣੇ ਨੇਮ ਦੇ ਵਿੱਚ ਜਿਨ੍ਹਾਂ ਦਾ ਨਾਮ ਜੀਵਨ ਦੀ ਪੋਥੀ 'ਚ ਸੀਗਾ ਪਰ ਕੱਟਿਆ ਗਿਆ, ਔਰ ਉਹਨਾਂ ਦੇ ਕੰਮਾਂ ਕਰਕੇ, ਉਹਨਾਂ ਦੀਆਂ ਨਲਾਇਕੀਆਂ ਕਰਕੇ ਜਿਹੜਾ ਪਹਿਲਾ ਇਨਸਾਨ ਬਾਰੇ ਤੁਸੀਂ, ਪਹਿਲਾ ਸ਼ਖਸ ਜਿਹਦੇ ਬਾਰੇ ਤੁਸੀਂ ਵਚਨ ਸੁਣਿਆ, ਗਿਹਾਜੀ ਬਾਰੇ, ਬਲਿਆਮ ਬਾਰੇ, ਔਰ ਤੀਸਰਾ ਦੋਇਗ ਬਾਰੇ। ਔਰ ਤੀਸਰਾ ਦੋਇਗ ਜਿਹੜਾ ਮੈਂ ਉਸ ਸੈਸ਼ਨ ਵਿੱਚ ਕਿਹਾ ਸੀ, ਉਸ ਮੈਸੇਜ ਵਿੱਚ ਕਿਹਾ ਸੀ, ਕਾਫੀ ਲੰਬਾ ਮੈਸੇਜ ਸੀਗਾ ਔਰ ਕਾਫੀ ਜ਼ਿਆਦਾ ਇਹਦੇ ਬਾਰੇ ਸਟੱਡੀ ਸੀ, ਲੇਕਿਨ ਸ਼ਾਰਟ ਕਰਨ ਦੇ ਚੱਕਰ 'ਚ ਨਾ ਉਹਨੂੰ ਅਸੀਂ ਮਾਰਨਾ ਹੀ ਭੁੱਲ ਗਏ, ਔਰ ਇਸ ਕਰਕੇ ਉਹ ਇਸ ਸੈਸ਼ਨ ਵਿੱਚ ਉਹਨੂੰ ਅਸੀਂ ਮਾਰਾਂਗੇ ਅੱਜ ਕਿ ਉਹ ਮਰਿਆ ਕਿੱਦਾਂ, ਕਿਉਂਕਿ ਉਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਕਾਫੀ ਲੰਮੀ ਸਟੱਡੀ ਹੋਣ ਕਰਕੇ ਕੁਛ ਰਹਿ ਗਿਆ ਉਹ ਵਿੱਚੋਂ ਸ਼ਾਰਟ ਕਰਨ ਦੇ ਚੱਕਰ 'ਚ ਉਹਨੂੰ ਮਾਰ ਨਹੀਂ ਪਾਏ, ਔਰ ਉਹਨੂੰ ਮਾਰਨਾ ਜ਼ਰੂਰੀ ਹੈ, ਜੇ ਜਿੰਦਾ ਰਹਿ ਗਿਆ ਤਾਂ ਫਿਰ ਤੰਗ ਕਰੂਗਾ। ਇਸ ਕਰਕੇ ਆਈਏ ਅਸੀਂ ਉਹਦੇ ਬਾਰੇ ਜਾਣਾਂਗੇ ਕਿ ਉਹ ਮਰਿਆ ਕਿੱਦਾਂ। ਜੇ ਅਸੀਂ ਪੜ੍ਹਦੇ ਹਾਂ ਨਾ ਕਲਾਮ ਦੇ ਵਿੱਚ ਸੈਮੂਅਲ ਦੀ, ਪਹਿਲੇ ਸੈਮੂਅਲ ਦੀ, ਦੂਸਰਾ ਸੈਮੂਅਲ ਉਹਦਾ ਪਹਿਲਾ ਅਧਿਆਇ ਪੜ੍ਹਦੇ ਹਾਂ ਕਿ ਕਲਾਮ 'ਚ ਲਿਖਿਆ, ਸ਼ਾਊਲ ਦੇ ਮਰਨ ਦੇ ਮਗਰੋਂ ਇਉਂ ਹੋਇਆ, ਜਾਂ ਦਾਊਦ ਅਮਲੇਕੀਆਂ ਨੂੰ ਵੱਢ ਕੇ ਮੁੜਿਆ ਅਤੇ ਦਾਊਦ ਸਿਕਲਗ ਵਿੱਚ 2 ਦਿਨ ਰਿਹਾ ਸੀ, ਤਾਂ ਤੀਜੇ ਦਿਨ ਅਜਿਹਾ ਹੋਇਆ ਜੋ ਵੇਖੋ ਇੱਕ ਜਣਾ ਸ਼ਾਊਲ ਦੇ ਡੇਰਿਆਂ ਵਿੱਚੋਂ ਲੀੜੇ ਪਾੜੇ ਹੋਏ ਅਤੇ ਸਿਰ ਉੱਤੇ ਖੇ ਪਾਈ ਹੋਈ ਆਇਆ, ਅਤੇ ਅਜਿਹਾ ਹੋਇਆ ਭਾਈ ਜਿਸ ਵੇਲੇ ਦਾਊਦ ਦੇ ਕੋਲ ਅਪੜਿਆ ਤਾਂ ਧਰਤੀ ਉੱਤੇ ਡਿੱਗਾ ਅਤੇ ਡੰਡੋਤ ਕੀਤੀ। ਦਾਊਦ ਨੇ ਉਸ ਨੂੰ ਆਖਿਆ, ਤੂੰ ਕਿੱਥੋਂ ਆਉਂਦਾ ਹੈ? ਉਸ ਨੇ ਉਹਨੂੰ ਆਖਿਆ, ਮੈਂ ਇਸਰਾਇਲ ਦੇ ਡੇਰਿਆਂ ਵਿੱਚੋਂ ਬਚ ਨਿਕਲਿਆ ਹਾਂ। ਤਾਂ ਦਾਊਦ ਨੇ ਉਸ ਨੂੰ ਪੁੱਛਿਆ, ਕੀ ਗੱਲ ਹੋਈ, ਮੈਨੂੰ ਦੱਸ ਤਾਂ ਸਹੀ। ਉਸ ਨੇ ਆਖਿਆ, ਲੋਕ ਲੜਾਈ ਵਿੱਚੋਂ ਨੱਠ ਗਏ ਅਤੇ ਕਈ ਡਿੱਗ ਪਏ ਅਤੇ ਮਰ ਵੀ ਗਏ, ਅਤੇ ਸ਼ਾਊਲ ਔਰ ਉਹਦਾ ਪੁੱਤਰ ਜੋਨਾਥਨ ਵੀ ਮਰ ਗਏ। ਤਦ ਦਾਊਦ ਨੇ ਉਹਨੂੰ ਗੱਭਰੂ ਨੂੰ, ਜਿਹਨੇ ਉਹਨੂੰ ਇਹ ਦੱਸਿਆ ਸੀ, ਆਖਿਆ, ਤੂੰ ਕਿਵੇਂ ਜਾਣਦਾ ਹੈ ਜੋ ਸ਼ਾਊਲ ਔਰ ਉਹਦਾ ਪੁੱਤਰ ਜੋਨਾਥਨ ਮਰ ਗਏ ਹਨ? ਉਸ ਜਵਾਨ ਨੇ ਜੋ ਉਹਨੂੰ ਦੱਸਦਾ ਸੀ ਆਖਿਆ, ਸੰਜੋਗ ਨਾਲ ਮੈਂ ਗਿਲਬੋਆ ਦੇ ਪਹਾੜ ਵਿੱਚ ਸਾਂ, ਅਤੇ ਵੇਖੋ ਉਸ ਵਿੱਚ ਸ਼ਾਊਲ ਆਪਣੀ ਬਰਸ਼ੀ ਉੱਤੇ ਢਾਸਣਾ ਲਾਈ ਪਿਆ ਸੀ, ਅਤੇ ਵੇਖੋ ਰੱਥ ਅਤੇ ਘੋੜ ਚੜੇ ਵੱਡੇ ਜ਼ੋਰ ਨਾਲ ਉਹਦੇ ਮਗਰ ਲੱਗੇ ਹੋਏ ਸਨ, ਅਤੇ ਉਹਨੇ ਆਪਣੇ ਮਗਰ ਵੇਖ ਕੇ ਜਾਂ ਮੈਨੂੰ ਡਿੱਠਾ ਤਾਂ ਮੈਨੂੰ ਸੱਦਿਆ। ਮੈਂ ਆਖਿਆ, ਜੀ ਮੈਂ ਹਾਜ਼ਰ ਹਾਂ। ਸੋ ਉਹਨੇ ਮੈਨੂੰ ਆਖਿਆ, ਤੂੰ ਕੌਣ ਹੈ? ਮੈਂ ਉਸ ਨੂੰ ਆਖਿਆ, ਮੈਂ ਅਮਾਲੇਕੀ ਹਾਂ। ਫਿਰ ਉਸਨੇ ਮੈਨੂੰ ਆਖਿਆ, ਮੇਰੇ ਕੋਲ ਖਲੋ ਕੇ ਮੈਨੂੰ ਵੱਢ ਸੁੱਟ, ਕਿਉਂ ਜੋ ਮੈਂ ਵੱਡੀ ਪੀੜ ਵਿੱਚ ਹਾਂ ਅਤੇ ਪ੍ਰਾਣ ਅਜੇ ਤੀਕ ਵੀ ਮੇਰੇ ਵਿੱਚ ਹਨ। ਤਦ ਮੈਂ ਉਸ ਦੇ ਉੱਤੇ ਖਲੋ ਕੇ ਉਸ ਨੂੰ ਵੱਢ ਸੁੱਟਿਆ, ਕਿਉਂ ਜੋ ਮੈਂ ਜਾਣਦਾ ਸਾਂ ਭਾਈ ਹੁਣ ਜਿਹੜਾ ਇਹ ਡਿੱਗਾ ਹੈ ਸੋ ਬਚੇਗਾ ਨਹੀਂ, ਅਤੇ ਮੈਂ ਉਹਦੇ ਸਿਰ ਦਾ ਮੁਕਟ ਅਤੇ ਉਹਦਾ ਕੰਗਣ ਜੋ ਉਹਦੀ ਬਾਂਹ ਵਿੱਚ ਸੀ ਲਾ ਲਿਆ। ਸੋ ਮੈਂ ਉਹਨੂੰ ਆਪਣੇ ਮਹਾਰਾਜ ਕੋਲ ਲੈ ਆਇਆ ਹਾਂ। ਤਾਂ ਦਾਊਦ ਨੇ ਆਪਣੇ ਲੀੜੇ ਫੜ ਕੇ ਪਾੜੇ, ਅਤੇ ਸਾਰਿਆਂ ਲੋਕਾਂ ਨੇ ਵੀ ਜੋ ਉਹਦੇ ਨਾਲ ਸਨ ਅਜਿਹਾ ਹੀ ਕੀਤਾ, ਅਤੇ ਉਹ ਰੋਏ ਪਿੱਟੇ, ਅਤੇ ਉਹਨੇ ਸ਼ਾਊਲ ਔਰ ਉਹਦੇ ਪੁੱਤਰ ਜੋਨਾਥਨ ਅਤੇ ਯਹੋਵਾ ਦੀਆਂ ਲੋਕਾਂ ਔਰ ਇਸਰਾਇਲ ਦੇ ਘਰਾਣੇ ਦੇ ਲਈ ਜੋ ਤਲਵਾਰ ਨਾਲ ਮਾਰੇ ਗਏ ਸਨ ਸੰਧੇ ਜੋੜੀ ਵਰਤ ਰੱਖਿਆ। ਫਿਰ ਦਾਊਦ ਨੇ ਉਸ ਜਵਾਨ ਨੂੰ ਜੋ ਇਹ ਖਬਰ ਲਿਆਇਆ ਸੀ ਪੁੱਛਿਆ, ਤੂੰ ਕਿੱਥੋਂ ਦਾ ਹੈ? ਉਸਨੇ ਆਖਿਆ, ਜੀ ਮੈਂ ਪਰਦੇਸੀ ਦਾ ਪੁੱਤਰ ਅਤੇ ਅਮਾਲੇਕੀ ਹਾਂ। ਸੋ ਦਾਊਦ ਨੇ ਉਸ ਨੂੰ ਆਖਿਆ, ਭਲਾ ਤੂੰ ਯਹੋਵਾ ਦੇ ਮਸਾ ਹੋਏ ਉੱਤੇ ਉਸ 'ਤੇ ਨਾਸ ਕਰਨ ਲਈ ਹੱਥ ਚਲਾਉਣ ਤੋਂ ਨਾ ਡਰਿਆ? ਫਿਰ ਦਾਊਦ ਨੇ ਇੱਕ ਜਵਾਨ ਨੂੰ ਸੱਦ ਕੇ ਆਖਿਆ, ਉਸ ਕੋਲ ਜਾ ਅਤੇ ਉਸ ਉੱਤੇ ਜਾ ਪਾਓ। ਸੋ ਉਹਨੇ ਉਹਨੂੰ ਅਜਿਹਾ ਮਾਰਿਆ ਜੋ ਮਰ ਗਿਆ। ਲਿਖਿਆ ਕਿ ਇਹ ਬੰਦਾ ਇਹੀ ਦੋਇਗ ਸੀਗਾ। ਹਿਸਟਰੀ ਬਿਆਨ ਕਰਦੀ ਆ, ਬਹੁਤ ਸਾਰੇ ਸਕਾਲਰਸ ਦੇ ਵਿਊ ਨੇ ਕਿ ਇਹ ਬੰਦਾ ਦੋਇਗ ਸੀ ਆਪਣਾ ਭੇਸ ਵਟਾ ਕੇ, ਕਿਉਂਕਿ ਇਹ ਪਹਿਲਾਂ ਹੀ ਐਸਾ ਬੰਦਾ ਸੀ ਕਿ ਇਹ ਵੀ ਕ੍ਰੈਡਿਟ ਸੀਕਰ ਸੀਗਾ, ਔਰ ਇਹਨੂੰ ਕਹਿ ਲਓ ਕਿ ਵਾਹ ਖੱਟਣ ਦੀ ਆਦਤ ਸੀ। ਨਾਲੇ ਇਹ ਬੰਦਾ ਹੈ ਵੀ ਬਹੁਤ ਇੰਟੈਲੀਜੈਂਟ ਸੀ, ਕਿਉਂਕਿ ਇਸ ਬੰਦੇ ਨੇ ਹੀ ਸ਼ਾਊਲ ਨੂੰ ਇੰਨਾ ਭੜਕਾਇਆ ਸੀ ਕਿ ਇਹਨਾਂ ਨੇ ਭੜਕਾ ਕੇ ਦਾਊਦ ਦੇ ਵਿਰੁੱਧ ਕੀਤਾ ਸੀ ਕਿ ਜੋ ਇਹ ਕਹਿੰਦਾ ਸੀ ਨਾ ਤੇ ਦਾਊਦ ਬਾਰੇ ਸ਼ਾਊਲ ਨੂੰ ਜ਼ਹਿਰ ਹੀ ਲੱਗਦਾ ਸੀ। ਔਰ ਇਸ ਕਰਕੇ ਇਹ ਬੰਦਾ ਹੈ ਇੰਟੈਲੀਜੈਂਟ ਸੀ, ਬਹੁਤ ਚਲਾਕ ਸੀ। ਇਸ ਕਰਕੇ ਇਹਨੇ ਆਪਣਾ ਭੇਸ ਬਦਲ ਕੇ ਇਹ ਦਾਊਦ ਕੋਲ ਆਇਆ ਕਿ ਸ਼ਾਇਦ ਮੈਨੂੰ ਕੋਈ ਚੰਗਾ ਅਹੁਦਾ ਮਿਲੂਗਾ, ਸ਼ਾਇਦ ਮੈਨੂੰ ਕੋਈ ਚੰਗੀ ਉੱਚੀ ਪਦਵੀ ਮਿਲੂਗੀ। ਆਪਣਾ ਭੇਸ ਵਟਾ ਕੇ ਦਾਊਦ ਕੋਲ ਆਇਆ। ਇਹ ਕਾਫੀ ਚੈਪਟਰ ਬਾਅਦ ਦੀ ਗੱਲ ਹੈ, ਕਿਉਂਕਿ ਜਿਹੜੀ ਸੈਕੰਡ ਸੈਮੂਅਲ ਦੀ ਗੱਲ ਹੈ, ਜਿਹੜੀ ਆਪਾਂ ਦੋਇਗ ਬਾਰੇ ਪੜ੍ਹਿਆ ਫਸਟ ਸੈਮੂਅਲ ਦੀ ਗੱਲ ਆ, ਫਸਟ ਸੈਮੂਅਲ ਦੀ ਗੱਲ ਹੈ। ਦੂਸਰੇ ਸੈਮੂਅਲ 'ਚ ਕਾਫੀ ਚਿਰ ਬਾਅਦ ਇਹ ਹਾਦਸਾ ਵਾਪਰਿਆ ਆਇਆ, ਅਤੇ ਇਹ ਦੋਇਗ ਸੀ ਆਪਣਾ ਭੇਸ ਵਟਾ ਕੇ ਆਇਆ ਸੀ। ਔਰ ਭੇਸ ਵਟਾ ਕੇ ਦਾਊਦ ਕੋਲ ਕਹਿੰਦਾ ਕਿ ਇੱਦਾਂ ਦਾ ਸ਼ਾਊਲ ਪੀੜਾ ਵਿੱਚ ਸੀ, ਅਤੇ ਔਰ ਉਹ ਪਹਿਲੇ ਮਰਨ ਵਾਲਾ ਸੀ, ਉਹਨੇ ਮੈਨੂੰ ਰਿਕੁਐਸਟ ਕੀਤੀ ਅਤੇ ਮੈਂ ਉਹਨੂੰ ਮਾਰਤਾ। ਔਰ ਇਹ ਸਾਰੀਆਂ ਗੱਲਾਂ ਜੋ ਅਸੀਂ ਪੜ੍ਹੀਆਂ ਅਤੇ ਕਲਾਮ ਦੇ ਅਨੁਸਾਰ, ਵਚਨ ਦੇ ਅਨੁਸਾਰ ਇਹ ਦੋਇਗ ਸੀਗਾ। ਔਰ ਦੇਖੋ ਜਦੋਂ ਫਿਰ ਦੋਇਗ ਨੇ ਸਾਰਾ ਕੁਝ ਦੱਸਿਆ, ਅਤੇ ਦਾਊਦ ਨੇ ਕਿਹਾ
ਵੀ ਜਾ ਇਸ ਬੰਦੇ ਨੂੰ ਝਟਕਾ ਦੇ, ਮਾਰ ਦੇ। ਤੇ ਕਲਾਮ 'ਚ ਲਿਖਿਆ ਤੇ ਫਿਰ ਉਸ ਜਵਾਨ ਨੇ ਇਸ ਦੋਏਗ ਨੂੰ ਆਪਣੀ ਤਲਵਾਰ ਨਾਲ ਵੱਢ ਸੁੱਟਿਆ। ਇਸ ਕਰਕੇ ਇਹ ਵੀ ਇਸ ਤਰ੍ਹਾਂ ਮਰਿਆ, ਦੋਏਗ ਦੀ ਮੌਤ ਇਸ ਤਰ੍ਹਾਂ ਹੋਈ। ਔਰ ਬਾਕੀ ਦਾ ਪ੍ਰਚਾਰ ਹੈ ਉਹ ਤੁਸੀਂ ਤੀਸਰੇ ਸੈਸ਼ਨ ਜਿਹੜਾ ਸੀਗਾ ਉਹ 'ਚ ਸੁਣ ਚੁੱਕੇ ਹੋ। ਜੇ ਬਾਕੀ ਦਾ ਸਟੋਰੀ ਸਮਝਣਾ ਚਾਹੁੰਦੇ ਹੋ ਤਾਂ ਉਹ ਦੂਸਰਾ ਮੈਸੇਜ ਤੁਸੀਂ ਜ਼ਰੂਰ ਸੁਣਿਓ, ਤਾਂ ਤੁਹਾਨੂੰ ਸਮਝ ਆਏਗੀ ਕਿ ਦੋਏਗ ਕੌਣ ਸੀ। ਖੁਦਾ ਤੁਹਾਨੂੰ ਬਰਕਤ ਦੇ, ਬਲੈਸ ਕਰੇ। ਸ਼ਾਰਟ ਕਰਨ ਦੇ ਚੱਕਰ ਵਿੱਚ ਵੀਡੀਓ ਇਹਦਾ ਜਿਹੜਾ ਪੂਰਾ ਫੁੱਲ ਵੇਰਵਾ ਦੇਣਾ ਮੁਨਾਸਬ ਨਹੀਂ ਸੀ, ਔਰ ਰਹਿ ਵੀ ਗਿਆ ਔਰ ਦਿਮਾਗ 'ਚੋਂ ਵੀ ਨਿਕਲ ਗਿਆ। ਔਰ ਇਸ ਕਰਕੇ ਜਿਹੜਾ ਇਹ ਦੋਏਗ ਬਾਰੇ ਸੀ ਦੁਬਾਰਾ ਇਸ ਮੈਸੇਜ ਵਿੱਚ ਤੁਹਾਨੂੰ ਸ਼ੋਰ ਕੀਤਾ ਹੈ, ਦੱਸਿਆ ਆ ਕਿ ਖੁਦਾ ਤੁਹਾਨੂੰ ਬਲੈਸ ਕਰੇ। ਆਉਣ ਵਾਲੇ ਸਮੇਂ ਵਿੱਚ ਜੇ ਖੁਦਾ ਨੇ ਚਾਹਿਆ ਹੋਰ ਵੀ ਇੱਦਾਂ ਦੀ ਸਟੱਡੀਜ਼ ਜੋ ਬਾਈਬਲ ਦੇ ਵਿੱਚ ਨੇ ਜਾਂ ਸਟੱਡੀ ਵਾਲੇ ਕਰੈਕਟਰਸ ਨੇ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ, ਅਗਰ ਖੁਦਾ ਦੀ ਇੱਛਾ ਹੋਈ। ਤਦ ਤੱਕ ਖੁਦਾ ਤੁਹਾਨੂੰ ਬਲੈਸ ਕਰੇ। ਦੁਆ 'ਚ ਬਣੇ ਰਹੋ ਔਰ ਖੁਦਾ ਤੁਹਾਨੂੰ ਬਹੁਤ ਆਸ਼ੀਸ਼ ਕਰੇ। ਗॉड ब्लेस यू, लव यू, आमीन।